सतनाम श्री वाहिगुरु साहिब जीओ। मैं मूरख की केतक बात है, कोट पराधी तरियारे। गुरु नानक जिन्ना सुनिया पेखिया, से फिर गिरपास न परियारे। तुमरी शरण तुम्हारी आसा, तुम ही सजना सोहेले। राखो राखनहार दयाला, नानक करके गोले। राखो राखनहार दयाला, नानक करके गोले। जुगो जुगा टल चवर शदर तखत दे मालक, दसां पातशाहियां जी दी जोत। हाजिर नाजिर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी गुरु सवारी। गुरु की साजी साज के निवाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन बिरतियां कागर करके जुड़ करके बहन दी कृपालता करिए। समय और स्वासां नूं सफला करिए, सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। आप संगत ने जो हुण तक लड़ीवार शब्द विचार कथा गुरबाणी सरवण करना कीती है, विचार इथों तक सी कि जिस वेले सतगुरु गुरु गोबिंद सिंह महाराज दसम पातशाह सतगुरु जी इधरों आनंदपुर की धरती तो चल के वो नाहन नगर दूण मेदनी प्रकाश राजा कोल पहुंचे ने सतगुरु जी, जिथे गुरु गोबिंद सिंह महाराज जी ने अनेक प्रकार दीयां बख्शिशां रहमतां बरतौणा कीतियां ने। नाहन नगर विखे गुरु साहिब जी ने पावन पवित्र चरण कमल पा करके उस धरती नूं भागां वाली बना दिता, धनता जोग बना दिता गुरु साहिब जी ने। इदां गुरु गोबिंद सिंह महाराज जी ਇਹ ਨਾਹਨ ਨਗਰ ਦੂਣ ਵਿਖੇ ਸਤਿਗੁਰੂ ਜੀ ਪਧਾਰੇ ਨੇ, ਜਿੱਥੇ ਬੇਅੰਤ ਗੁਰੂ ਸਾਹਿਬ ਜੀ ਦਾ ਸਤਿਕਾਰ ਕੀਤਾ, ਰਿਸਪੈਕਟ ਕੀਤੀ ਗਈ ਹੈ। ਹੁਣ ਮੇਦਨੀ ਪ੍ਰਕਾਸ਼ ਰਾਜੇ ਨੇ ਬੇਨਤੀ ਕੀਤੀ, ਸਤਿਗੁਰੂ ਜੀ ਜਿੱਥੇ ਤੁਹਾਨੂੰ ਅਸਥਾਨ ਚਾਹੀਦਾ ਫਿਰ ਤੁਰ ਕੇ ਘੁੰਮ ਕੇ ਉਸ ਅਸਥਾਨ ਦੀ ਪ੍ਰਾਪਤੀ ਕਰਨਾ ਕਰੋ। ਸਤਿਗੁਰੂ ਜੀ ਦੇ ਪ੍ਰਤੀ ਇਦਾਂ ਬੇਨਤੀ ਕੀਤੀ ਹੈ ਤੇ ਸਤਿਗੁਰੂ ਜੀ ਨੇ ਉਸ ਵਕਤ ਉਸ ਨਾਹਨ ਨਗਰ ਦੂਣ ਵਿਖੇ ਜਮਨਾ ਨਦੀ ਦੇ ਕਿਨਾਰੇ ਇੱਕ ਪਾਵਨ ਪਵਿੱਤਰ ਬਹੁਤ ਵਧੀਆ ਸੁੰਦਰ ਅਸਥਾਨ ਵੇਖਿਆ। ਉੱਚੀ ਪਹਾੜੀ ਹੈ, ਜਿਹੜਾ ਰਮਣੀਕ ਅਸਥਾਨ ਹੈ। ਜਿਸ ਪਹਾੜੀ ਦੇ ਉੱਤੋਂ ਉਹ ਨਾਹਨ ਨਗਰ ਦਾ ਕੱਲਾ ਕੱਲਾ ਜਿਹੜਾ ਅਜਬ ਨਜ਼ਾਰਾ ਵੇਖਣ ਨੂੰ ਪ੍ਰਾਪਤ ਹੁੰਦਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ, ਕਹਿੰਦੇ ਭਾਈ ਇੱਥੇ ਅਸੀਂ ਪੱਕੇ ਤੌਰ ਤੇ ਇੱਕ ਵਧੀਆ ਅਸਥਾਨ ਪ੍ਰਾਪਤ ਕਰਨਾ ਚਾਹੁੰਦੇ ਹਾਂ। ਸਤਿਗੁਰੂ ਜੀ ਦੀ ਪ੍ਰਤੀ ਇਦਾਂ ਦੀ ਵਿਚਾਰ ਸੁਣ ਕੇ ਨਾ ਉਹ ਮੇਦਨੀ ਪ੍ਰਕਾਸ਼ ਰਾਜੇ ਨੇ ਮਨ ਦੇ ਵਿੱਚ ਬੜੀ ਆਨੰਦ ਦੀ ਵਿਚਾਰ ਪ੍ਰਾਪਤ ਕੀਤੀ ਹੈ, ਬੜੀ ਖੁਸ਼ੀ ਪ੍ਰਾਪਤ ਕੀਤੀ ਹੈ। ਕਹਿਣ ਲੱਗਾ ਸਤਿਗੁਰੂ ਜੀ ਇਹ ਜਿਹੜੇ ਨਾਹਨ ਨਗਰ ਦੀ ਮੇਰੇ ਰਾਜ ਪਾਕ ਦੀ ਹੱਦ ਹੈ, ਇਸ ਤੋਂ ਅੱਗੇ ਕਹਿੰਦੇ ਫਤਿਹ ਜਿਹੜਾ ਰਾਜਾ ਫਤਿਹ ਹੈ
ਉਹ ਫਤਿਹ ਰਾਜਾ ਕਹਿੰਦੇ ਇਸ ਹੱਦ ਤੋਂ ਅੱਗੇ ਉਹਦਾ ਰਾਜ ਭਾਗ ਹੈ। ਉਹ ਜਿਹੜਾ ਰਾਜਾ ਮੇਰੇ ਨਾਲ ਬਹੁਤ ਜ਼ਿਆਦਾ ਵੱਡਾ ਏ, ਤਾਕਤ ਉਹਦੀ ਵੱਡੀ ਹੈ, ਇਲਾਕਾ ਉਹਦਾ ਵੱਡਾ, ਫੌਜ ਵੱਡੀ ਹੈ, ਉਹਦੇ ਨਾਲ ਮੇਰੀ ਇਹ ਵਿਚਾਰ ਚੱਲਦੀ ਹੋਈ ਰਹਿੰਦੀ। ਉਹ ਮੇਰੇ ਤੇ ਵਿਰੋਧ ਕਰਦਾ ਰਹਿੰਦਾ, ਲੜਾਈ ਕਰਦਾ, ਝਗੜਾ ਕਰਦਾ ਰਹਿੰਦਾ, ਤੇ ਉਹ ਵੱਡਾ ਹੋਣ ਕਾਰਨ ਕਰਕੇ, ਉਹਦੀ ਤਾਕਤ ਵੱਡੀ ਹੋਣ ਕਾਰਨ ਕਰਕੇ ਮੈਨੂੰ ਉਹ ਤੋਂ ਡਰ ਬਣਿਆ ਰਹਿੰਦਾ ਹੈ। ਹੁਣ ਨਾ ਚੜ੍ਹਾਈ ਕਰਕੇ ਆ ਜੇ, ਕਦੇ ਕੋਈ ਨੁਕਸਾਨ ਨਾ ਕਰ ਜੇ, ਇਦਾਂ ਦਾ ਡਰ ਬਣਿਆ ਰਹਿੰਦਾ। ਪਰ ਸਤਿਗੁਰੂ ਜੀ ਤੁਸੀਂ ਤੇ ਮੇਰੇ ਮਨ ਦੀ ਭਾਵਨਾ ਅੱਜ ਪੂਰੀ ਕਰ ਦਿੱਤੀ, ਮਨ ਦੀ ਗੱਲ, ਹਿਰਦੇ ਦੀ ਵਿਚਾਰ ਪੂਰੀ ਕਰ ਦਿੱਤੀ ਆ। ਇਸ ਦੂਣ ਦੀ ਹੱਦ ਦੇ ਉੱਤੇ ਤੁਸੀਂ ਵਿਸਥਾਰ ਕਰਕੇ ਸਾਡੇ ਦੋਨਾਂ ਰਾਜਿਆਂ ਦੇ ਵਿਚਕਾਰ ਬਣ ਕੇ ਮੇਰੀ ਮਦਦ ਕੀਤੀ, ਸਹਾਇਤਾ ਕੀਤੀ, ਮੈਨੂੰ ਇਸ ਦੁੱਖ ਤੋਂ, ਤਕਲੀਫ ਤੋਂ, ਇਸ ਰੋਗ ਤੋਂ ਨਿਜਾਤ ਪ੍ਰਾਪਤ ਕਰ ਦਿੱਤੀ। ਹੁਣ ਮੈਨੂੰ ਫਤਿਹ ਚੰਦ ਰਾਜੇ ਤੋਂ ਕਦਾਚਿਤ ਕਿਸੇ ਪ੍ਰਕਾਰ ਕਹਿੰਦੇ ਕੋਈ ਡਰ ਨਹੀਂ ਰਹੇਗਾ, ਕਿਉਂਕਿ ਤੁਸੀਂ ਮੌਜੂਦ ਹੋ ਗਏ ਹੋ, ਤੁਸੀਂ ਸਾਹਮਣੇ ਪ੍ਰਤੱਖ ਕਹਿੰਦੇ ਕੰਧ ਬਣ ਕੇ ਖਲੋ ਗਏ ਹੋ। ਹੁਣ ਮੇਦਨੀ ਪ੍ਰਕਾਸ਼ ਨੇ ਇਦਾਂ ਬੇਨਤੀ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ। ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਭਾਈ ਤੈਨੂੰ ਕਿਸੇ ਪ੍ਰਕਾਰ ਕਿਸੇ ਵੈਰੀ ਤੋਂ ਡਰਨ ਦੀ ਲੋੜ ਨਹੀਂ। ਹੁਣ ਤੂੰ ਸਾਡੇ ਦਰਕਰ ਦਾ ਪ੍ਰੇਮੀ ਸ਼ਰਧਾਵਾਨ ਬਣ ਚੁੱਕਿਆ। ਜਿਹੜਾ ਤੇਰਾ ਵੈਰੀ ਉਹ ਸਾਡਾ ਵੈਰੀ ਹੋਵੇਗਾ, ਜਿਹੜਾ ਤੇਰਾ ਮਿੱਤਰ ਉਹ ਸਾਡਾ ਮਿੱਤਰ ਹੋਵੇਗਾ। ਇਸ ਕਰਕੇ ਤੈਨੂੰ ਕਿਸੇ ਪ੍ਰਕਾਰ ਘਬਰਾਉਣ ਦੀ ਲੋੜ ਨਹੀਂ। ਅਸੀਂ ਆਪ ਇੱਥੇ ਮੌਜੂਦ ਹੋ ਕੇ ਉਸ ਪਾਪੀ ਨਾਲ ਟਾਕਰਾ ਲਵਾਂਗੇ। ਦੂਜੇ ਨੰਬਰ ਤੇ ਜਿਹੜਾ ਕੋਈ ਮਨੁੱਖ ਇੱਥੇ ਚੜ੍ਹਾਈ ਕਰਕੇ ਆਵੇਗਾ ਉਹ ਆਪਣੀ ਮੌਤ ਨੂੰ ਸੱਦਾ ਦੇ ਕੇ ਜਾਵੇਗਾ, ਮੌਤ ਪ੍ਰਾਪਤ ਕਰਕੇ ਜਾਵੇਗਾ। ਇਦਾਂ ਮੌਤ ਤੋਂ ਬਿਨਾਂ ਉਹ ਕਦਾਚਿਤ ਵੀ ਛੁਟਕਾਰਾ ਨਹੀਂ ਪ੍ਰਾਪਤ ਕਰੇਗਾ। ਸਤਿਗੁਰੂ ਜੀ ਨੇ ਇਦਾਂ ਬਚਨ ਵਿਲਾਸ ਕੀਤੇ, ਮੇਦਨੀ ਪ੍ਰਕਾਸ਼ ਰਾਜੇ ਨੂੰ ਦਿਲਾਸਾ ਦਿੱਤਾ। ਉਹ ਬੜਾ ਖੁਸ਼ ਹੋਇਆ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ, ਕਹਿੰਦੇ ਇੱਥੇ ਇੱਕ ਵੱਡਾ ਕਿਲਾ ਉਸਾਰਨ ਦੀ ਲੋੜ ਹੈ। ਇਸ ਅਸਥਾਨ ਤੇ ਵੱਡਾ ਕਿਲਾ ਉਸਾਰਾਂਗੇ। ਕੋਈ ਪਾਪੀ ਚੜ ਕੇ ਚੜ੍ਹਾਈ ਕਰਕੇ ਆਵੇਗਾ, ਕਿਲੇ ਵਿੱਚ ਮੌਜੂਦ ਹੋ ਕੇ ਉਸ ਪਾਪੀ ਨੂੰ ਮੌਤ ਦੇ ਘਾਟ ਉਤਾਰਾਂਗੇ। ਵੱਡੇ ਵਾਰ ਕਰਕੇ ਉਹਦੇ ਤੇ ਉਹਨੂੰ ਉਸੇ ਵਕਤ ਮਿੱਟੀ ਦੇ ਵਿੱਚ ਮਿਲਾ ਦੇਵਾਂਗੇ। ਇਦਾਂ ਗੁਰੂ ਸਾਹਿਬ ਜੀ ਨੇ ਬਚਨ ਕੀਤੇ। ਕਹਿੰਦੇ ਹੁਣ ਬਹੁਤ ਛੇਤੀ ਸਾਨੂੰ ਇੱਥੇ ਇੱਕ ਬਹੁਤ ਵਧੀਆ ਵੱਡੇ ਰੂਪ ਦੇ ਵਿੱਚ ਕਿਲਾ ਉਸਾਰ ਕੇ ਪ੍ਰਾਪਤ ਕਰਨਾ ਚਾਹੀਦਾ, ਜਿਸ ਵਿੱਚ ਵੱਡੀ ਤਾਦਾਦ ਦੇ ਵਿੱਚ ਘੋੜੇ ਵੀ ਹੋਣ। ਸਤਿਗੁਰ ਦੀ ਵਿਚਾਰ ਨੂੰ ਸਰਵਣ ਕੀਤਾ ਮੇਦਨੀ ਪ੍ਰਕਾਸ਼ ਰਾਜੇ ਨੇ। ਸਤਿਗੁਰੂ ਜੀ ਕਹਿੰਦੇ ਵੱਡੇ ਪੱਧਰ ਦੇ ਘੋੜੇ ਹੋਣ, ਸੂਰਵੀਰ ਹੋਣ, ਉਹ ਕਿਲੇ ਦੇ ਵਿੱਚ ਮੌਜੂਦ ਫੌਜਾਂ ਹੋਣ, ਸ਼ਾਸਤਰ ਵਿਦਿਆ ਦਾ ਅਭਿਆਸ ਕੀਤਾ ਜਾਵੇ, ਅਨੇਕ ਪ੍ਰਕਾਰ ਦੀਆਂ ਵਿਚਾਰਾਂ ਕੀਤੀਆਂ ਜਾਣ, ਆਏ ਹੋਏ ਵੈਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ, ਕਿਲੇ ਦੇ ਵਿੱਚ ਪ੍ਰਵੇਸ਼ ਕਰਕੇ ਕਹਿੰਦੇ ਇਦਾਂ ਦਾ ਕਿਲਾ ਉਸਾਰਿਆ ਜਾਵੇ। ਵੱਡੇ ਪੱਧਰ ਤੇ ਵੱਡੀ ਇਦਾਂ ਦੀ ਵਿਚਾਰ ਦੇ ਵਿੱਚੋਂ ਕਿਲਾ ਉਸਾਰਨਾ ਚਾਹੀਦਾ। ਉਸ ਵੇਲੇ ਮੇਦਨੀ ਪ੍ਰਕਾਸ਼ ਰਾਜੇ ਨੇ ਬੇਨਤੀ ਕੀਤੀ, ਸਤਿਗੁਰੂ ਜੀ ਤੁਸੀਂ ਹੁਕਮ ਦਿਓ, ਜਿੰਨੀ ਮੇਰੇ ਕੋਲੇ ਫੌਜ ਹੈ ਮੈਂ ਮਜ਼ਦੂਰ ਦੇ ਤੌਰ ਤੇ ਉਹਨਾਂ ਨੂੰ ਲਾ ਦੇਵਾਂਗਾ, ਜਿੰਨੇ ਮੇਰੇ ਕੋਲੇ ਕਾਰੀਗਰ ਉਹਨਾਂ ਨੂੰ ਲਾ ਦੇਵਾਂਗਾ, ਤੇ ਥੋੜੇ ਦਿਨਾਂ ਦੇ ਵਿੱਚ ਬਹੁਤ ਵੱਡਾ ਕਿਲਾ ਉਸਾਰ ਕੇ ਪ੍ਰਾਪਤ ਕਰ ਲਵਾਂਗੇ। ਸਤਿਗੁਰੂ ਪਰਮਾਤਮਾ ਜੀ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰ ਲਵਾਂਗੇ। ਇਦਾਂ ਮੇਦਨੀ ਪ੍ਰਕਾਸ਼ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ। ਉਸ ਵਕਤ ਸਤਿਗੁਰੂ ਜੀ ਬੜੇ ਖੁਸ਼ ਹੋਏ। ਕਹਿੰਦੇ ਫਿਰ ਇਉਂ ਕਰੋ, ਛੇਤੀ ਦੇਣੇ ਵੱਡੀ ਤਾਦਾਦ ਦੇ ਵਿੱਚ ਫੌਜ ਲੈ ਕੇ ਆਓ, ਜੋ ਰਸਤਾਂ ਬਸਤਾਂ ਚਾਹੀਦੀਆਂ, ਜੋ ਚੂਨਾ ਚਾਹੀਦਾ, ਇੱਟਾਂ ਚਾਹੀਦੀਆਂ, ਕਾਰੀਗਰ ਚਾਹੀਦਾ, ਕਿਸੇ ਪ੍ਰਕਾਰ ਕੋਈ ਵੀ ਵਸਤ ਚਾਹੀਦੀ ਉਹ ਪ੍ਰਾਪਤ ਕਰੋ, ਔਰ ਵੱਡੇ ਕਿਲੇ ਨੂੰ ਉਸਾਰਨ ਦਾ ਯਤਨ ਪਏ ਕਰੋ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ। ਉਧਰੋਂ ਮੇਦਨੀ ਪ੍ਰਕਾਸ਼ ਆਪਣੀ ਫੌਜ ਕੋਲ ਚਲਾ ਗਿਆ।
ਉਹਨੇ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੱਡੀ ਫੌਜ ਨੂੰ ਸੁਨੇਹਾ ਦਿੱਤਾ, ਬਈ ਸਤਿਗੁਰ ਦਾ ਹੁਕਮ ਹੋਇਆ ਵੱਡੀ ਫੌਜ ਇੱਕ ਮਜ਼ਦੂਰਾਂ ਦੇ ਰੂਪ ਦੇ ਵਿੱਚ ਚੱਲ ਕੇ ਵੱਡੇ ਕਿਲੇ ਨੂੰ ਉਸਾਰਨ ਦੀ ਸੇਵਾ ਸੰਭਾਲ ਦਾ ਯਤਨ ਕਰੋ। ਨਾਲ ਕਾਰੀਗਰ ਲਏ, ਇੱਟਾਂ ਚੂਨਾ ਪ੍ਰਾਪਤ ਕੀਤਾ। ਜੋ ਜੋ ਵਸਤ ਚਾਹੀਦੀ ਹੈ ਉਹ ਗੁਰੂ ਸਤਿਗੁਰ ਦੇ ਹੁਕਮ ਦੇ ਅਧੀਨ ਹੋ ਕੇ ਰਾਜਾ ਮੇਦਨੀ ਪ੍ਰਕਾਸ਼ ਨੇ ਉਹ ਵਸਤਾਂ ਦਾ ਪ੍ਰਬੰਧ ਕੀਤਾ। ਇਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ ਸਿੱਖਾਂ ਨੂੰ, ਭਾਈ ਆਨੰਦ ਚੰਦ ਵਰਗਿਆਂ ਨੂੰ। ਸਤਿਗੁਰ ਨੇ ਹੁਕਮ ਕੀਤਾ, ਉਹ ਸਿੱਖੋ ਵੱਡੇ ਪੱਧਰ ਤੇ ਕਹਿੰਦੇ ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰਵਾਓ। ਉਸ ਵਕਤ ਕਹਿੰਦੇ 1000 ਰੁਪਏ ਦੀ ਦੇਗ ਤਿਆਰ ਕੀਤੀ ਗਈ ਉਸ ਵਕਤ ਦੇ ਸਮੇਂ 'ਚ। ਤੇ ਹੁਣ 1000 ਦੀ ਕੀਮਤ ਹੈ ਨਾ ਜਿਹੜੀ, ਉਹ ਸਮਿਆਂ ਦੀ ਅੱਜ ਦੇ ਸਮੇਂ ਦੇ ਵਿੱਚ ਕਿੱਡੀ ਵੱਡੀ ਹੋਵੇਗੀ। ਕਿੰਨੇ ਅੱਜ ਦੇ ਸਮੇਂ ਮੰਨ ਲਓ ਕਿ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਉਹ ਮਾਇਆ ਦੀ ਕੀਮਤ ਹੋਵੇਗੀ। ਤੇ ਸਤਿਗੁਰ ਜੀ ਕਿਰਪਾ ਰਹਿਮਤ ਕਰਦੇ ਉਸ ਵਕਤ ਹੁਕਮ ਕੀਤਾ, ਸਿੱਖੋ ਵੱਡੇ ਪੱਧਰ ਤੇ ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰੋ। ਦੇਗ ਤਿਆਰ ਕਰਕੇ ਕਿਲੇ ਉਸਾਰਨ ਦੇ ਸੰਬੰਧ ਵਿੱਚ ਅਰਦਾਸ ਬੇਨਤੀ ਕਰਕੇ ਇਸ ਕਿਲੇ ਦੀ ਨੀਂਹ ਰੱਖਣਾ ਕਰੀਏ, ਕਿਉਂਕਿ ਜੋ ਵੀ ਕਾਰਜ ਗੁਰੂ ਦੇ ਸਿੱਖ ਦਾ ਫਰਜ਼ ਹੈ, ਜੋ ਵੀ ਕਾਰਜ ਆਰੰਭ ਕਰੇ ਕਹਿੰਦੇ ਪਹਿਲਾਂ ਸਤਿਗੁਰ ਦੇ ਪਾਵਨ ਪਵਿੱਤਰ ਸਨਮੁਖ ਅਰਦਾਸ ਬੇਨਤੀ ਕਰੇ ਕੜਾਹ ਪ੍ਰਸ਼ਾਦੀ ਦੇਗ ਬਣਾ ਕੇ। ਇਹ ਸਿੱਖ ਦੀ ਰਿਸਪੌਂਸਿਬਿਲਟੀ ਹੈ, ਫਰਜ਼ ਹੈ। ਉਸ ਵਕਤ ਸਤਿਗੁਰ ਨੇ ਹੁਕਮ ਕੀਤਾ, ਕਹਿੰਦੇ ਫਿਰ ਵੱਡੇ ਪੱਧਰ ਤੇ ਕੜਾਹ ਪ੍ਰਸ਼ਾਦੀ ਦੇਗ ਤਿਆਰ ਕਰੋ। ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਉਸ ਵਕਤ 1100 ਰੁਪਏ ਦੀ ਕੜਾਹ ਪ੍ਰਸ਼ਾਦੀ ਦੇਗ ਤਿਆਰ ਕੀਤੀ ਗਈ ਹੈ। 1000 ਦੀ ਕੜਾਹ ਪ੍ਰਸ਼ਾਦੀ ਦੇਗ ਤਿਆਰ ਕੀਤੀ ਗਈ ਹੈ। ਤੇ ਵੱਡੇ ਪੱਧਰ ਤੇ ਜਦੋਂ ਦੇਗ ਤਿਆਰ ਹੋਈ ਹੈ, ਕੜਾਹ ਪ੍ਰਸ਼ਾਦੀ ਲਿਆ ਕੇ ਪਾਵਨ ਪਵਿੱਤਰ ਸੁੰਦਰ ਸਥਾਨ ਤੇ ਰੱਖ ਦਿੱਤੀ ਸੁਚਮ ਦੇ ਨਾਲ। ਤੇ ਉਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੁਚਮ ਦੇ ਨਾਲ ਬੜੇ ਅਦਬ ਸਤਿਕਾਰ ਦੇ ਨਾਲ ਆਪ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ 9ਵੇਂ ਪਾਤਸ਼ਾਹ ਜੀ ਤੱਕ ਅਰਦਾਸ ਬੇਨਤੀ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਕੀਤੀ ਹੈ। ਅਰਦਾਸ ਬੇਨਤੀ ਕਰਕੇ ਬਚਨ ਵਿਲਾਸ ਕੀਤੇ, ਪ੍ਰਮਾਤਮਾ ਵਾਹਿਗੁਰੂ ਜੀ ਕਿਰਪਾ ਕਰਿਓ, ਸੁੰਦਰ ਵੱਡੇ ਕਿਲੇ ਦੀ ਉਸਾਰੀ ਕਰਨ ਲੱਗੇ ਆ। ਪਾਪੀ ਅਪਰਾਧੀਆਂ ਤੋਂ ਹੱਥ ਦੇ ਕੇ ਬਚਾਇਓ, ਇਹਨਾਂ ਪਾਪੀਆਂ ਦਾ ਨਾਸ਼ ਕਰਿਓ। ਕਿਸੇ ਪ੍ਰਕਾਰ ਕੋਈ ਔਕੜ ਨਾ ਆਵੇ, ਕਿਸੇ ਪ੍ਰਕਾਰ ਕੋਈ ਇਦਾਂ ਦੀ ਔਖੀ ਘੜੀ ਪ੍ਰਾਪਤ ਨਾ ਆਵੇ। ਜੋ ਸ਼ਰਨ ਆਵੇ ਕਹਿੰਦੇ ਉਹਦੇ ਤੇ ਕਿਰਪਾ ਰਹਿਮਤ ਵਰਤਾਇਓ, ਤਰ ਜਾਵਣ। ਜੋ ਚੜ ਕੇ ਆਵੇ ਉਹ ਮਰ ਜਾਵਣ, ਭਾਵ ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਪ੍ਰਾਪਤ ਹੋਵੇ। ਹੁਣ ਇਦਾਂ ਅਰਦਾਸ ਬੇਨਤੀ ਗੁਰੂ ਸਾਹਿਬ ਨੇ ਕੀਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਜ਼ਦੀਕ ਰਾਜਾ ਮੇਦਨੀ ਪ੍ਰਕਾਸ਼ ਮੌਜੂਦ ਹੈ, ਉਹਨੇ ਇਹ ਭਾਵਨਾ ਦੇ ਨਾਲ ਅਰਦਾਸ ਬੇਨਤੀ ਸਰਵਣ ਕੀਤੀ। ਮਨ ਦੇ ਵਿੱਚ ਬੜੀ ਆਨੰਦ ਦੀ ਵਿਚਾਰ ਹੈ, ਬੜੀ ਖੁਸ਼ੀ ਹੈ ਪ੍ਰਾਪਤ ਕੀਤੀ ਮੇਦਨੀ ਪ੍ਰਕਾਸ਼ ਰਾਜੇ ਨੇ। ਉਹ ਮਨ ਦੇ ਵਿੱਚ ਵਿਚਾਰਾਂ ਕਰਦਾ ਲੈ, ਹੁਣ ਸਤਿਗੁਰ ਜੀ ਮੇਰੇ ਸਨਮੁਖ ਹਾਜ਼ਰ ਨਾਜ਼ਰ ਪ੍ਰਤੱਖ ਰੂਪ ਦੇ ਵਿਚਰਨ ਲੱਗ ਪਏ ਨੇ। ਕਹਿੰਦੇ ਹੁਣ ਕਿਸੇ ਪ੍ਰਕਾਰ ਕੋਈ ਦੁੱਖ ਤਕਲੀਫ ਦੀ ਵਿਚਾਰ ਪ੍ਰਾਪਤ ਨਹੀਂ ਹੋਵੇਗੀ। ਸਤਿਗੁਰ ਜੀ ਆਪ ਦੁੱਖਾਂ ਦਾ ਘਾਣ ਕਰਨਗੇ। ਉਸ ਵੇਲੇ ਜਦੋਂ ਅਰਦਾਸ ਬੇਨਤੀ ਕੀਤੀ, ਵੱਡੀ ਫੌਜ ਦੇ ਵਿੱਚ ਕਾਰੀਗਰਾਂ ਦੇ ਵਿੱਚ ਸਤਿਗੁਰ ਦੇ ਅਨੰਦ ਪਿਆਰੇ ਸਿੱਖ ਸੇਵਕਾਂ ਦੇ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਵਰਤਾ ਦਿੱਤੀ ਗਈ ਹੈ। ਸਭਨਾਂ ਨੇ ਆਨੰਦ ਦੇ ਨਾਲ ਕੜਾਹ ਪ੍ਰਸ਼ਾਦੀ ਦੇਗ ਪ੍ਰਾਪਤ ਕੀਤੀ, ਛਕਣਾ ਕੀਤੀ ਹੈ। ਤੇ ਜਿਹੜੇ ਗੁਰੂ ਦੇ ਸਿੱਖ ਸੇਵਕ ਹੈ, ਫੌਜ ਹੈ, ਉਹਨਾਂ ਨੇ ਵੀ ਹੁਣ ਕਾਰੀਗਰਾਂ ਦੇ ਨਾਲ ਮਜ਼ਦੂਰ ਦੇ ਰੂਪ ਦੇ ਵਿੱਚ ਉਹ ਕਿਲੇ ਦੀ ਉਸਾਰੀ ਕਰਨ ਵਾਸਤੇ ਕਾਰਜਾਂ ਦੇ ਵਿੱਚ ਜੁਟਣਾ ਕੀਤਾ। ਹੁਣ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਕਿਲੇ ਦੇ 5 ਟੱਕ ਲਾ ਕੇ ਨੀਂਹ ਰੱਖਣਾ ਕੀਤੀ ਹੈ। ਤੇ ਜਦੋਂ ਨੀਂਹ ਆਰੰਭ ਕੀਤੀ ਗਈ, ਉਸ ਵਕਤ ਗੁਰੂ ਪਿਆਰਿਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ, ਲੋ ਸਿੱਖੋ ਹੁਣ ਅੱਗੇ ਉਸਾਰੀ ਆਰੰਭ ਕਰ ਦਿਓ।
ਉਹ ਸਿੱਖਾਂ ਨੇ ਉਸਾਰੀ ਆਰੰਭ ਕੀਤੀ। ਹੁਣ ਉਸ ਉਸਾਰੀ ਦੇ ਕਾਰਜ ਦੇ ਵਿੱਚ ਕੋਈ ਵੱਡੇ ਵੱਡੇ ਪੱਥਰ ਚਣਵਾਈ ਕਰਨ ਵਾਸਤੇ ਚੁੱਕ ਕੇ ਲੈ ਕੇ ਆਉਂਦਾ, ਕੋਈ ਚੂਨਾ ਚੁੱਕ ਕੇ ਲਿਆਉਂਦਾ, ਕੋਈ ਕਾਰੀਗਰਾਂ ਦੇ ਨਾਲ ਹੈਲਪ ਕਰਾਉਂਦਾ, ਕੋਈ ਉਸ ਵਕਤ ਕੀ ਕਰਦੇ ਹੋਏ ਸੇਵਕਾਂ ਦੀ ਸੇਵਾ ਪਿਆ ਕਰਦਾ। ਜਿਵੇਂ ਕਿਵੇਂ ਕਰਕੇ ਹੱਥੋਂ ਹੱਥੀ ਸਭ ਜਾਣੇ ਕਹਿੰਦੇ ਸਤਿਗੁਰ ਦੇ ਸਨਮੁਖ ਉਹ ਸੇਵਾ ਪੇ ਕਰਦੇ ਨੇ। ਹੁਣ ਇੰਨੀ ਵੱਡੀ ਪੱਧਰ ਤੇ ਸੰਗਤ ਫੌਜ ਉਸ ਕਿਲੇ ਦੀ ਉਸਾਰੀ ਦੀ ਸੇਵਾ ਦੇ ਵਿੱਚ ਜੁਟ ਗਈ ਹੈ। ਕਈ ਦਫਾ ਕਈ ਸੇਵਕਾਂ ਨੂੰ ਸੇਵਾ ਵੀ ਪ੍ਰਾਪਤ ਨਹੀਂ ਹੋ ਰਹੀ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਸੰਗਤ ਸੇਵਾ ਪੇ ਕਰਦੀ ਹੈ। ਕਿਸੇ ਪ੍ਰਕਾਰ ਇਦਾਂ ਦੀ ਗੁਰੂ ਪਿਆਰਿਓ ਵਿਚਾਰ ਪ੍ਰਾਪਤ ਨਹੀਂ ਹੁੰਦੀ। ਕਈ ਦੇਖ ਰਹੇ ਨੇ ਕਿ ਸਾਨੂੰ ਕੀ ਸੇਵਾ ਪ੍ਰਾਪਤ ਹੋਵੇ, ਤੇ ਕਈ ਵੱਡੇ ਕਦਮਾਂ ਨਾਲ ਚੱਲ ਕੇ ਵੱਡੀ ਫੁਰਤੀ ਦੇ ਨਾਲ ਵਿਚਾਰਾਂ ਦੇ ਨਾਲ ਉਹ ਕਿਲੇ ਦੀ ਉਸਾਰੀ ਦੇ ਵਿੱਚ ਸੇਵਾ ਦੇ ਵਿੱਚ ਰੋਲ ਅਦਾ ਪੇ ਕਰਦੇ ਨੇ। ਹੁਣ ਇਦਾਂ ਕਿਲੇ ਦੀ ਉਸਾਰੀ ਹੋ ਰਹੀ। ਕਵੀ ਸੰਤੋਖ ਸਿੰਘ ਜੀ ਲਿਖਦੇ ਕਹਿੰਦੇ 11 ਦਿਨਾਂ ਦੇ ਵਿੱਚ ਉਹ ਕਿਲੇ ਦੀ ਪੂਰੀ ਤੌਰ ਤੇ ਉਸਾਰੀ ਹੋ ਗਈ, ਕਿਉਂਕਿ ਫੌਜ ਬਹੁਤ ਲੱਗੀ ਹੈ, ਕਾਰੀਗਰ ਬਹੁਤ ਲੱਗੇ ਨੇ, ਗੁਰੂ ਦੇ ਸੇਵਕ ਸੇਵਾਦਾਰ ਬਹੁਤ ਲੱਗੇ ਨੇ। 11 ਦਿਨਾਂ ਵਿੱਚ ਜਦੋਂ ਕਿਲੇ ਦੀ ਉਸਾਰੀ ਕੀਤੀ ਗਈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਖੁਸ਼ ਹੋਏ। ਉਹਨਾਂ ਨੇ ਬੜੀ ਬਖਸ਼ਿਸ਼ ਰਹਿਮਤ ਕੀਤੀ ਸਿੱਖਾਂ ਦੇ ਉੱਤੇ। ਇਤਨੇ ਨੂੰ ਰਾਜਾ ਮੇਦਨੀ ਪ੍ਰਕਾਸ਼ ਉਹ ਸੇਵਕ ਰਾਜਾ ਆਇਆ। ਉਹਨੇ ਵੀ ਕਿਲਾ ਦੇਖਿਆ ਤੇ ਬਹੁਤ ਵਧੀਆ ਸੁੰਦਰ ਵੱਡਾ ਇਹ ਕਿਲਾ ਉੱਥੇ ਬਣਾਇਆ ਗਿਆ। ਐਡਾ ਵਧੀਆ ਸੁੰਦਰ ਕਿਲਾ, ਜਿਸ ਨੂੰ ਦੇਖ ਕੇ ਮੇਦਨੀ ਪ੍ਰਕਾਸ਼ ਰਾਜਾ ਬੜਾ ਆਨੰਦਿਤ ਹੋਇਆ, ਬੜਾ ਖੁਸ਼ ਹੋਇਆ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਨਮੁਖ ਨਿਮਰਤਾ ਦੇ ਨਾਲ ਦੋਨੇ ਹੱਥ ਜੋੜ ਕੇ ਝੁਕ ਕੇ ਨਮਸਕਾਰ ਕਰਕੇ ਖੁਸ਼ੀ ਪ੍ਰਗਟ ਕਰ ਲੱਗਿਆ, ਸਤਿਗੁਰ ਜੀ ਆ ਕਿਰਪਾ ਕਰ ਦਿੱਤੀ, ਤੁਸੀਂ ਮੇਰੇ ਤੇ ਦਇਆ ਕਰ ਦਿੱਤੀ। ਹੁਣ ਮੈਨੂੰ ਕਿਸੇ ਪ੍ਰਕਾਰ ਕਿਸੇ ਦਾ ਕੋਈ ਡਰ ਨਹੀਂ ਹੈ, ਭੈ ਨਹੀਂ ਮਨ ਦੇ ਵਿੱਚ। ਜਿਵੇਂ ਸਤਿਗੁਰ ਦੀ ਗੁਰਬਾਣੀ ਕਹਿੰਦੀ, ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮੋਹ ਛੰਦਾ। ਸਤਿਗੁਰ ਜੀ ਜਦੋਂ ਤੁਸੀਂ ਮੇਰੇ ਬਲ ਹੋਗੇ, ਕਿਸੇ ਮਨੁੱਖ ਦੀ ਕਿਸੇ ਵੀ ਪ੍ਰਕਾਰ ਦੀ ਕੋਈ ਮੁਛੰਦਗੀ ਹਿਰਦੇ ਵਿੱਚ ਰਹੀ ਨਹੀਂ, ਕਿਸੇ ਦੀ ਝੇਪ ਮਨ ਦੇ ਵਿੱਚ ਰਹੀ ਨਹੀਂ। ਬੇਖੌਫ ਹੋ ਕੇ ਆਪ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕੀਤੀ ਹੈ ਤੇ ਕਰਦੇ ਰਵਾਂਗੇ। ਇਦਾਂ ਅਰਦਾਸ ਬੇਨਤੀ ਸਤਿਗੁਰ ਦੇ ਸਨਮੁਖ ਰਾਜਾ ਮੇਦਨੀ ਪ੍ਰਕਾਸ਼ ਨੇ ਕੀਤੀ ਹੈ, ਬਖਸ਼ਿਸ਼ ਰਹਿਮਤ ਪ੍ਰਾਪਤ ਕੀਤੀ। ਸਤਿਗੁਰ ਨੇ ਵੀ ਪ੍ਰਸੰਨ ਹੋ ਕੇ ਰਾਜਾ ਮੇਦਨੀ ਪ੍ਰਕਾਸ਼ ਨੂੰ ਧੀਰਜ ਦਿੱਤਾ। ਸਤਿਗੁਰ ਜੀ ਕਹਿੰਦੇ ਕਿਸੇ ਪ੍ਰਕਾਰ ਘਬਰਾਉਣ ਦੀ ਲੋੜ ਨਹੀਂ ਹੈ। ਸਤਿਗੁਰ ਜੀ ਕਿਰਪਾ ਰਹਿਮਤ ਕਰਨਗੇ। ਅਕਾਲ ਪੁਰਖ ਪ੍ਰਮਾਤਮਾ ਆਪ ਹਾਜ਼ਰ ਨਾਜ਼ਰ ਵਰਤਣਗੇ। ਜਿੰਨਾ ਸਮਾਂ ਸਤਿਗੁਰ ਜੀ ਕਹਿੰਦੇ ਅਸੀਂ ਇੱਥੇ ਮੌਜੂਦ ਹਾਂ, ਕਿਸੇ ਪ੍ਰਕਾਰ ਤੱਤੀ ਹਵਾ ਨਹੀਂ ਲੱਗਣ ਦੇਵਾਂਗੇ, ਕੋਈ ਦੁੱਖ ਤਕਲੀਫ ਪ੍ਰਾਪਤ ਨਹੀਂ ਹੋਣ ਦੇਵਾਂਗੇ। ਸਤਿਗੁਰ ਜੀ ਨੇ ਦਿਲਾਸਾ ਦਿੱਤਾ। ਉਸ ਵਕਤ ਗੁਰੂ ਪਿਆਰਿਓ ਜਿੰਨੀ ਉੱਥੇ ਫੌਜ ਪਹੁੰਚੀ ਹੈ, ਸਭਨਾਂ ਨੂੰ ਸਤਿਗੁਰ ਨੇ ਬੜਾ ਸਤਿਕਾਰ ਦਿੱਤਾ। ਹੁਣ ਜਿਵੇਂ ਜਿਵੇਂ ਪਤਾ ਲੱਗਿਆ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਜਮਨਾ ਦੀ ਨਦੀ ਦੇ ਕਿਨਾਰੇ, ਜਿੱਥੇ ਕਾਲੇ ਰੰਗ ਦਾ ਪਾਣੀ ਦਾ ਪ੍ਰਵਾਹ ਵਗ ਰਿਹਾ, ਸਤਿਗੁਰੂ ਜੀ ਨੇ ਉੱਚੀ ਪਹਾੜੀ ਦੇ ਉੱਤੇ ਸੁੰਦਰ ਕਿਲੇ ਦੀ ਉਸਾਰੀ ਕੀਤੀ ਹੈ। ਇੱਥੇ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਹਿਮਾ ਸਰਵਣ ਕਰਕੇ ਦੂਰੋਂ ਉਸ ਸਥਾਨ ਤੇ ਪਹੁੰਚਣ ਲੱਗੀ ਹੈ। ਹੁਣ ਖੁਸ਼ੀ ਦੇ ਵਿੱਚ, ਆਨੰਦ ਦੇ ਵਿੱਚ ਸਤਿਗੁਰ ਦੇ ਸਨਮੁਖ ਭੇਟਾਵਾਂ ਲੈ ਕੇ ਪਹੁੰਚ ਰਹੇ ਨੇ। ਸਤਿਗੁਰ ਦੇ ਸਨਮੁਖ ਇਦਾਂ ਪਿਆਰ ਦੇ ਵਿੱਚ ਪਹੁੰਚ ਰਹੇ। ਕੋਈ ਮਨੁੱਖ ਸਤਿਗੁਰ ਦੇ ਸਨਮੁਖ ਫੌਜ ਦੇ ਰੂਪ ਦੇ ਵਿੱਚ ਆ ਕੇ ਭਰਤੀ ਹੋ ਰਿਹਾ। ਹੁਣ ਜਿਹੜੇ ਗ੍ਰਹਿਸਤੀ ਮਨੁੱਖ ਹੈ, ਜਿਨ੍ਹਾਂ ਦਾ ਕੰਮ ਕਾਜ ਮਿਹਨਤ ਮਜ਼ਦੂਰੀ ਕੀਤੇ ਬਿਨਾਂ ਸਰਦਾ ਨਹੀਂ, ਉਹ ਬੜੇ ਵੱਡੇ ਬਲਵਾਨ ਹੈ, ਯੋਧੇ ਆ, ਸੂਰੇ ਆ, ਉਹ ਸਤਿਗੁਰ ਦੇ ਸਨਮੁਖ ਅਰਦਾਸ ਬੇਨਤੀ ਕਰਕੇ ਫੌਜ ਦੇ ਵਿੱਚ ਇੱਕ ਵੱਡੇ ਯੋਧਿਆਂ ਦੇ ਰੂਪ ਦੇ ਵਿੱਚ ਭਰਤੀ ਹੋ ਰਹੇ।
ਤੇ ਸਤਿਗੁਰ ਜੀ ਉਹਨਾਂ ਦੀ ਵਿਚਾਰ ਨੂੰ ਦੇਖ ਕੇ ਆਪਣੇ ਆਪ ਉਹਨਾਂ ਨੂੰ ਮਾਇਆ ਦੇ ਨਾਲ, ਇੱਕ ਤਨਖਾਹ ਦੇ ਨਾਲ, ਮਹੀਨੇਵਾਰੀ ਤਨਖਾਹ ਦੇ ਨਾਲ ਕਹਿੰਦੇ ਉਹਨਾਂ ਨੂੰ ਨਿਵਾਜਦੇ ਨੇ, ਉਹਨਾਂ ਤੇ ਪ੍ਰਸੰਨਤਾ ਦਇਆ ਪ੍ਰਦਾਨ ਕਰਦੇ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਮ ਪਾਤਸ਼ਾਹ ਉਹਨਾਂ ਨੂੰ, ਸਿੱਖਾਂ ਨੂੰ, ਸੇਵਕਾਂ ਨੂੰ ਰੱਖ ਲੈਂਦੇ। ਕਈ ਦਫਾ 20-20 ਸੇਵਕ, 25-25 ਗੁਰੂ ਦੇ ਸ਼ਰਧਾਲੂ ਸਿੱਖ ਸੇਵਕ, ਜੋਧੇ ਮਹਾਬਲੀ ਸੂਰੇ ਦਾ ਸਤਿਗੁਰ ਦੇ ਸਨਮੁਖ ਆ ਜਾਂਦੇ ਨੇ। ਕਈ ਦਫਾ ਇਦਾਂ ਦੇ ਸੇਵਕ ਆਉਂਦੇ ਜਿਨ੍ਹਾਂ ਨੂੰ ਕਿਸੇ ਪ੍ਰਕਾਰ ਕੋਈ ਮਾਇਆ ਦੀ ਲੋੜ ਨਹੀਂ। ਉਹ ਬੇਨਤੀ ਕਰ ਦਿੰਦੇ, ਸਤਿਗੁਰੂ ਜੀ ਸਾਨੂੰ ਮਾਇਆ ਦੀ ਲੋੜ ਨਹੀਂ, ਬਸ 6 ਮਹੀਨਿਆਂ ਬਾਅਦ ਇੱਕ ਚੋਲੇ ਦੀ ਬਖਸ਼ਿਸ਼ ਕਰ ਦਿਆ ਕਰੋ, ਦਸਤਾਰ, ਸੁੰਦਰ ਦਸਤਾਰ ਪ੍ਰਦਾਨ ਕਰ ਦਿਆ ਕਰੋ, ਕਸ਼ਹਿਰਿਆਂ ਦੀ ਜੋੜੀ ਦੇ ਦਿਆ ਕਰੋ, ਹੋਰ ਸਾਨੂੰ ਕੁਝ ਨਹੀਂ ਚਾਹੀਦਾ। ਬਸ ਲੰਗਰ ਪਾਣੀ ਗੁਰੂ ਸਤਿਗੁਰ ਦੇ ਲੰਗਰਾਂ ਦੇ ਵਿੱਚੋਂ ਪ੍ਰਾਪਤ ਕਰ ਲੈਣਾ। ਆਪ ਜੀ ਦੀ ਕਿਰਪਾ ਰਹਿਮਤ ਵਰਤਣੀ, ਨਾਮ ਜਪ ਕੇ, ਬਾਣੀ ਪੜ੍ਹ ਕੇ, ਜਨਮ ਜੀਵਨ ਸਫਲ ਕਰਕੇ, ਸੇਵਾ ਕਰਕੇ ਆਪਣੇ ਤਨ ਦੇ ਵਿੱਚ ਆਨੰਦ ਮਾਣਾਂਗੇ, ਸਕੂਨ ਪ੍ਰਾਪਤ ਕਰਾਂਗੇ, ਹੋਰ ਕੁਝ ਨਹੀਂ ਚਾਹੀਦਾ। ਇੱਦਾਂ ਗੁਰੂ ਸਤਿਗੁਰ ਦੇ ਸਨਮੁਖ ਅਰਦਾਸ ਬੇਨਤੀ ਕਰਕੇ ਉਹ ਭਰਤੀ ਹੁੰਦੇ ਉਹਨਾਂ ਵੱਡੇ ਜਥੇ ਵਿੱਚ, ਵੱਡੀ ਫੌਜ ਦੇ ਰੂਪ ਦੇ ਵਿੱਚ। ਹੁਣ ਐਡੀ ਵੱਡੀ ਫੌਜ ਹੋ ਗਈ, ਕਿਸੇ ਪ੍ਰਕਾਰ ਗੁਰੂ ਸਤਿਗੁਰ ਜੀ ਜਿਹੜਾ ਵੀ ਬੈਰੀ ਆਵੇਗਾ ਉਹਨੂੰ ਕਹਿੰਦੇ ਤਦ ਛਣ ਦੇ ਵਿੱਚ ਮਾਰ ਮੁਕਾਉਣਗੇ, ਮੌਤ ਦੇ ਘਾਟ ਉਤਾਰ ਦੇਣਗੇ। ਐਡੀ ਵੱਡੀ ਫੌਜ ਹੈ, ਐਡੀ ਵੱਡੀ ਸਿੱਖਾਂ ਦੀ ਵੱਡੀ ਤਦਾਦ ਦੇ ਵਿੱਚ ਉੱਥੇ ਇਹ ਫੌਜ ਮੌਜੂਦ ਹੋਣਾ ਕੀਤੀ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਸਤਿਗੁਰ ਜੀ ਜੋ ਵੀ ਸਤਿਗੁਰ ਦੇ ਸਨਮੁਖ ਹੁੰਦਾ ਨਾ ਸਿੱਖ ਸੇਵਕ, ਉਹਦੇ ਉੱਤੇ ਬਖਸ਼ਿਸ਼ ਰਹਿਮਤ ਵਰਤਾ ਕੇ ਉਹਦੀਆਂ ਝੋਲੀਆਂ ਭਰਦੇ, ਉਹਦੇ ਤਨ ਦੇ ਰੋਗ ਨੂੰ ਦੂਰ ਕਰਕੇ ਮਨ ਰੋਗਤ ਕਰ ਦਿੰਦੇ। ਮੇਦਨੀ ਪ੍ਰਕਾਸ਼ ਰਾਜਾ ਬੜਾ ਖੁਸ਼ ਹੈ। ਉਹ ਕਹਿੰਦਾ ਇਹ ਵੱਡੇ ਜੰਗਲ ਦੇ ਵਿੱਚ, ਜਮਨਾ ਨਦੀ ਦੇ ਕਿਨਾਰੇ ਕਿਸੇ ਪ੍ਰਕਾਰ ਕੋਈ ਰੌਣਕ ਨਹੀਂ ਸੀ, ਬੀਆਬਾਨ ਜੰਗਲ ਸੀ, ਕੋਈ ਆਉਂਦਾ ਜਾਂਦਾ ਨਹੀਂ ਸੀ। ਪਰ ਅੱਜ ਸਤਿਗੁਰ ਨੇ ਪਾਵਨ ਪਵਿੱਤਰ ਚਰਨ ਕਮਲ ਇੱਥੇ ਪਾ ਦਿੱਤੇ ਨੇ, ਇਸ ਧਰਤੀ ਨੂੰ ਭਾਗ ਲਾ ਦਿੱਤਾ। ਇਸ ਧਰਤੀ ਦੇ ਉੱਤੇ ਸਤਿਗੁਰ ਜੀ ਨੇ ਬਖਸ਼ਿਸ਼ ਰਹਿਮਤ ਵਰਤਾ ਦਿੱਤੀ। ਸਤਿਗੁਰ ਜੀ ਨੇ ਜੰਗਲਾਂ ਦੇ ਵਿੱਚ ਮੰਗਲ ਲਾ ਦਿੱਤੇ ਨੇ, ਬਖਸ਼ਿਸ਼ ਰਹਿਮਤ ਕਰ ਦਿੱਤੀ। ਜੇ ਸਤਿਗੁਰ ਜੀ ਇੱਥੇ ਨਾ ਆਉਂਦੇ, ਕੀ ਪਤਾ ਸਮਾਂ ਪਾ ਕੇ ਧਰਤੀ ਵੈਸੀ ਗੁੰਮ ਨਾਮ ਰਹਿੰਦੀ, ਕਿਸੇ ਪ੍ਰਕਾਰ ਇਹਨੂੰ ਨਾਮ ਨਾ ਪ੍ਰਾਪਤ ਹੁੰਦਾ। ਇੱਦਾਂ ਸੰਗਤਾਂ ਦੇ ਚਰਨ ਇੱਥੇ ਨਾ ਪੈਂਦੇ, ਵੱਡੀਆਂ ਖੁਸ਼ੀਆਂ, ਵੱਡੇ ਆਨੰਦ ਪ੍ਰਾਪਤ ਨਾ ਹੁੰਦੇ। ਪਰ ਅੱਜ ਸਤਿਗੁਰ ਜੀ ਇੱਥੇ ਪਧਾਰੇ ਨੇ, ਚੱਲ ਕੇ ਆਏ ਨੇ ਇੱਥੇ ਸਤਿਗੁਰ ਦੇ ਨਾਲ ਇਹ ਪਾਵਨ ਪਵਿੱਤਰ ਚਰਨ ਸ਼ੋਭ ਪ੍ਰਾਪਤ ਕੀਤੇ ਧਰਤੀ ਨੇ। ਗੁਰੂ ਸਾਹਿਬ ਜੀ ਦੇ ਆਨੰਦ ਪ੍ਰਾਪਤ ਹੋਇਆ, ਵੱਡੀਆਂ ਖੁਸ਼ੀਆਂ ਮਣੀਆਂ ਨੇ। ਉਹ ਜੰਗਲਾਂ ਵਿੱਚ ਮੰਗਲ ਲੱਗੇ ਨੇ, ਸੰਗਤਾਂ ਦੇ ਰੂਪ ਦੇ ਵਿੱਚ ਵੱਡੇ ਮਨੁੱਖ ਚੱਲ ਕੇ ਤੁਰੇ ਆਉਂਦੇ ਨੇ। ਸਤਿਗੁਰ ਦੀ ਕਿਰਪਾ ਰਹਿਮਤ ਹੋ ਗਈ, ਕਿਉਂਕਿ ਗੁਰਬਾਣੀ ਕਹਿੰਦੀ ਜਿੱਥੇ ਜਾਏ ਵਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਕਹਿੰਦੇ ਸਤਿਗੁਰ ਦੀ ਇਦਾਂ ਦੀ ਕਿਰਪਾ ਰਹਿਮਤ ਵਰਤ ਗਈ ਹੈ, ਜਿੱਥੇ ਗੁਰੂ ਸਾਹਿਬ ਜੀ ਪਾਵਨ ਪਵਿੱਤਰ ਚਰਨ ਪਾ ਦੇਣ, ਉਹ ਧਰਤੀ ਭਾਗਾਂ ਵਾਲੀ ਸੋਵਨੀਕ ਬਣ ਜਾਇਆ ਕਰਦੀ ਹੈ। ਕਿਸੇ ਪ੍ਰਕਾਰ ਉਸ ਧਰਤੀ ਦੇ ਉੱਤੇ ਕੋਈ ਕਮੀ ਨਹੀਂ ਰਹਿੰਦੀ। ਉਹ ਧਰਤੀ ਨੂੰ ਆਨੰਦ ਪ੍ਰਾਪਤ ਹੁੰਦੇ ਨੇ, ਪੂਜਣ ਯੋਗ ਬਣ ਜਾਂਦੀ ਉਹ ਧਰਤੀ, ਸਤਿਗੁਰ ਦੀ ਕਿਰਪਾ ਰਹਿਮਤ ਬਣ ਜਾਂਦੀ ਹੈ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਬਖਸ਼ਿਸ਼ ਰਹਿਮਤ ਵਰਤਾਉਣਾ ਕੀਤੀ ਤੇ ਸਤਿਗੁਰੂ ਜੀ ਦੀ ਕਿਰਪਾ ਵਰਤੀ। ਦਿਨੋਂ ਦਿਨ ਹੁਣ ਵੱਡੀ ਤਦਾਦ ਦੇ ਵਿੱਚ ਸੰਗਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਦਿਨੋਂ ਦਿਨ, ਕਿਉਂਕਿ ਸਤਿਗੁਰ ਦੇ ਸਨਮੁਖ ਸਿੱਖਾਂ ਦਾ, ਗੁਰੂ ਦੇ ਪਿਆਰਿਆਂ ਦੀ ਵਿਚਾਰ ਇਦਾਂ ਦੀ, ਭਾਵਨਾ ਇਦਾਂ ਦੀ ਹੈ ਕਿ ਜਿੱਥੇ ਵੀ ਸਤਿਗੁਰੂ ਜੀ ਜਾਂਦੇ ਉੱਥੇ ਸਤਿਗੁਰ ਦੇ ਸਨਮੁਖ ਸੰਗਤ ਜਿਵੇਂ ਕਿਵੇਂ ਪਹੁੰਚ ਜਾਂਦੀ ਹੈ। ਤੇ ਸਤਿਗੁਰ ਦਾ ਵੀ ਪਿਆਰ ਸਿੱਖਾਂ ਦੇ ਨਾਲ ਬਹੁਤ ਜ਼ਿਆਦਾ, ਭਾਵਨਾ ਬਹੁਤ ਹੈ। ਸਤਿਗੁਰ ਜੀ ਬੜਾ ਅਦਬ ਸਤਿਕਾਰ ਸਿੱਖਾਂ ਨੂੰ, ਸੇਵਕਾਂ ਨੂੰ ਪ੍ਰਦਾਨ ਕਰਦੇ ਆ। ਕਿਸੇ ਪ੍ਰਕਾਰ ਆਪਣੇ ਤੇ ਬਗਾਨਿਆਂ ਦੀ ਕੋਈ ਵਿਚਾਰ ਨਹੀਂ ਕਰਦੇ।
सतगुर दी इदां दी वडियाई है, इदां गुरु नानक दे दरकर दी शोभा महिमा है, कित्थों तक वर्णन करिए। कवि संतोख सिंह जी लिखदे आ, कहंदे सतगुर जी दी किरपा दिनों दिन वधदी जा रही, सतगुर दी बख्शिश रहमत दिनों दिन संसार दे विच फैलदी जांदी। हुण जिमें जिमें सतगुर दी किरपा फैलदी है, वधदी जांदी दून सवाई, ਉਹ ਸਿੱਖਾਂ ਦੇ ਹਿਰਦਿਆਂ ਵਿੱਚ ਆਨੰਦ ਪ੍ਰਾਪਤ ਹੁੰਦਾ। ਪਰ ਜਿਹੜੇ ਵੈਰੀ ਆ ਨਾ, ਜਿਹੜੇ ਗੁਰੂ ਨਾਨਕ ਦੇ ਦਰਕਰ ਦੇ ਦੋਖੀ ਹੈ, ਪਾਪੀ ਅਪਰਾਧੀ ਹੈ, ਉਹਨਾਂ ਦੇ ਮਨ ਦੇ ਵਿੱਚ ਸਤਿਗੁਰ ਦੇ ਪ੍ਰਤੀ ਤਿਵੇਂ ਤਿਵੇਂ ਦੁੱਖ ਪ੍ਰਾਪਤ ਹੁੰਦਾ, ਤਿਵੇਂ ਤਿਵੇਂ ਸਤਿਗੁਰ ਦੇ ਪ੍ਰਤੀ ਹਿਰਦੇ ਦੇ ਵਿੱਚ ਜਲਨ ਪ੍ਰਾਪਤ ਹੁੰਦੀ ਹੈ। ਹਿਰਦੇ ਵਿੱਚ ਇਦਾਂ ਦਾ ਦੁੱਖ ਪ੍ਰਾਪਤ ਹੁੰਦਾ, ਉਹ ਸੋਚਦੇ ਨੇ ਜਿਵੇਂ ਸਤਿਗੁਰ ਜੀ ਨੂੰ ਅਸੀਂ ਨੀਵਾਂ ਸੁੱਟਣ ਦਾ ਯਤਨ ਕਰਦੇ, ਗੁਰੂ ਸਤਿਗੁਰ ਜੀ ਉਹਨਾਂ ਉੱਚਾ ਜਾ ਰਹੇ ਨੇ, ਉਨੀ ਕਿਰਪਾ ਰਹਿਮਤ ਵਰਤਦੀ ਹੈ। ਇਹ ਵੈਸੇ ਸਤਿਗੁਰੂ ਹੀ ਨਹੀਂ, ਸਤਿਗੁਰ ਦੇ ਸੇਵਕਾਂ ਦੇ ਵੀ ਇਦਾਂ ਬਖਸ਼ਿਸ਼ ਰਹਿਮਤ ਵਰਤਦੀ ਹੈ। ਸੰਸਾਰ ਦੇ ਲੋਕ ਕਈ ਦਫਾ ਮਾੜੀ ਮੱਤ ਅਨੁਸਾਰ ਗੁਰੂ ਦੇ ਸਿੱਖਾਂ ਤੇ ਸੇਵਕਾਂ ਤੇ ਇਹਨਾਂ ਦੀ ਵਿਚਾਰ ਪ੍ਰਗਟ ਕਰਨ ਦਾ ਯਤਨ ਕਰਨਾ, ਕਿਸੇ ਦੀ ਪਦ ਨੂੰ, ਇੱਜ਼ਤ ਨੂੰ, ਵਿਚਾਰ ਨੂੰ ਨੀਵਾਂ ਸੁੱਟਣ ਦਾ ਯਤਨ ਕਰਨ। ਤੇ ਸਤਿਗੁਰ ਜੀ ਬੜੇ ਦਿਆਲੂ ਕਿਰਪਾਲੂ ਨੇ, ਸਤਿਗੁਰ ਜੀ ਬੜੇ ਦਇਆਵਾਨ ਨੇ, ਆਪਣੇ ਸੇਵਕ ਦੀ ਕਦਾਚਿਤ ਕਿਸੇ ਪ੍ਰਕਾਰ ਪਿੱਠ ਨਹੀਂ ਲੱਗਣ ਦਿੰਦੇ, ਭਾਵ ਨੀਵਾਂ ਨਹੀਂ ਡਿੱਗਣ ਦਿੰਦੇ। ਜਿਵੇਂ ਜਿਵੇਂ ਕੋਈ ਯਤਨ ਕਰਦਾ ਤਿਵੇਂ ਤਿਵੇਂ ਉਹਨਾਂ ਦੀ ਮਹਿਮਾ ਉੱਚੀ ਵਰਣਨ ਹੁੰਦੀ ਜਾਂਦੀ ਹੈ। ਸਤਿਗੁਰ ਦੀ ਕਿਰਪਾ ਵਰਤਦੀ ਹੈ। ਇਹ ਵਿਚਾਰ ਪਤਾ ਕਿਵੇਂ ਲੱਗਦਾ ਸਾਨੂੰ ਕਿ ਕਿਸੇ ਮਨੁੱਖ ਤੇ, ਕਿਸੇ ਸਿੱਖ ਤੇ ਸਤਿਗੁਰ ਦੀ ਇੱਦਾਂ ਦੀ ਕਿਰਪਾ। ਸਤਿਗੁਰ ਜੀ ਕਹਿੰਦੇ ਯਾਦ ਰੱਖਿਓ, ਜਿਵੇਂ ਕਿਸੇ ਦਰਖਤ ਨੂੰ ਫਲ ਲੱਗਦੇ ਆ ਨਾ, ਜਿਸ ਵੇਲੇ ਉਹ ਦਰਖਤ ਨੂੰ ਫਲ ਲੱਗਣੇ ਸ਼ੁਰੂ ਹੋ ਜਾਂਦੇ ਨੇ, ਆਮ ਮਨੁੱਖਾਂ ਦੀ ਨਿਗਾਹ ਦੇ ਵਿੱਚ ਉਹ ਦਰਖਤ ਪ੍ਰਾਪਤ ਹੋ ਜਾਂਦਾ। ਉਹ ਦਰਖਤ ਦੇ ਉੱਤੇ ਫਲ ਪ੍ਰਾਪਤ ਕਰਨ ਦਾ ਯਤਨ ਕਰਦੇ ਆ। ਕਈ ਦਫਾ ਪਹਿਲੇ ਸਮਿਆਂ ਦੇ ਵਿੱਚ ਇਦਾਂ ਹੁੰਦਾ, ਜਦੋਂ ਕਿਸੇ ਦਰਖਤ ਨੂੰ ਫਲ ਲੱਗਦੇ ਉਹਦੇ ਰੋੜੇ ਮਾਰਨ ਲੱਗ ਪੈਂਦੇ ਆ, ਉਹ ਫਲ ਪ੍ਰਾਪਤ ਕਰਨ ਦੇ ਵਿਚਾਰ ਦੇ ਵਿੱਚ। ਤੇ ਸਤਿਗੁਰੂ ਜੀ ਕਹਿੰਦੇ ਨੇ, ਜਦੋਂ ਕਿਸੇ ਗੁਰੂ ਦੇ ਸਿੱਖ ਦੇ ਉੱਤੇ ਕਿਰਪਾ ਰਹਿਮਤ ਵਰਤਣੀ ਸ਼ੁਰੂ ਹੋਵੇ, ਮੰਨ ਲਓ ਸੰਸਾਰ ਦੇ ਵਿੱਚ ਜਿਵੇਂ ਦਰਖਤ ਨੂੰ ਫਲ ਲੱਗੇ ਉਹਦੇ ਰੋੜੇ ਵੱਜਣੇ ਸ਼ੁਰੂ ਹੋ ਜਾਂਦੇ ਆ, ਉਹਦੇ ਤੇ ਇਦਾਂ ਦੀ ਪ੍ਰਾਪਤ ਹੋਣੀ ਸ਼ੁਰੂ ਹੋ ਜਾਂਦੀ ਸੰਸਾਰ ਵੱਲੋਂ। ਪਰ ਜਦੋਂ ਸਤਿਗੁਰ ਦੇ ਸਿੱਖ ਦੇ ਕਿਰਪਾ ਹੋਵੇ, ਉਹਦੀ ਨਿੰਦਿਆ, ਉਹਦੀ ਸੰਸਾਰ ਦੇ ਵਿੱਚ ਸੰਸਾਰ ਦੇ ਲੋਕ, ਪਾਪੀ ਅਪਰਾਧੀ ਲੋਕ ਨਿੰਦਿਆ ਪਏ ਕਰਦੇ ਨੇ, ਮਾੜੀਆਂ ਵਿਚਾਰਾਂ ਪਏ ਕਰਦੇ, ਉਹਦੀ ਪੱਦ ਪਰੋਂ ਉਹਦਾ ਵਿਚਾਰ ਨੀਵਾਂ ਸੁੱਟਣ ਦਾ ਯਤਨ ਪਏ ਕਰਦੇ ਆ। ਪਰ ਸਤਿਗੁਰੂ ਜੀ ਬੜੇ ਕਿਰਪਾਲੂ ਦਿਆਲੂ ਨੇ। ਸਤਿਗੁਰੂ ਜੀ ਜਿਉਂ ਜਿਉਂ ਦੇਖਦੇ ਨੇ ਕਿ ਸਾਡੇ ਸੇਵਕ ਦੇ ਉੱਤੇ ਇਦਾਂ ਦੀ ਵਿਚਾਰ ਬਣਦੀ, ਸਤਿਗੁਰੂ ਜੀ ਤਿਉਂ ਤਿਉਂ ਆਪਣੇ ਸੇਵਕ ਨੂੰ ਉੱਚਾ ਚੁੱਕਦੇ ਜਾਂਦੇ ਨੇ, ਤਿਉਂ ਤਿਉਂ ਬਖਸ਼ਿਸ਼ ਰਹਿਮਤ ਕਰਦੇ ਜਾਂਦੇ ਨੇ। ਕਿਉਂਕਿ ਸੰਸਾਰ ਦੇ ਲੋਕਾਂ ਦੀ ਮਾੜੀ ਮੱਤ ਹੈ, ਮਾੜੀ ਵਿਚਾਰ ਹੈ। ਕਲਯੁਗੀ ਜੀਵ ਹੋਣ ਦੇ ਨਾਂ ਤੇ ਉਹ ਚੰਗੇ ਮੰਦੇ ਦੀ ਵਿਚਾਰ ਸੂਝ ਬੂਝ ਸਮਝ ਨਹੀਂ ਸਕਦੇ। ਇਸ ਕਰਕੇ ਸਤਿਗੁਰੂ ਜੀ ਆਪ ਕਿਰਪਾਲੂ ਨੇ, ਆਪਣੇ ਸੇਵਕਾਂ ਦੀ ਪੱਦ ਪਰੋਂ ਇੱਜ਼ਤ ਰੱਖਦੇ ਨੇ। ਉਹਨੂੰ ਪਤਾ ਚੰਗਾ ਕੌਣ ਹੈ, ਕੌਣ ਮਾੜੀ ਮੱਤ ਵਾਲਾ, ਕੌਣ ਚੰਗੀ ਮੱਤ ਵਾਲਾ, ਕੌਣ ਕਿੱਦਾਂ ਦਾ ਤੇ ਕੌਣ ਕਿੱਦਾਂ ਦਾ। ਸਤਿਗੁਰੂ ਜੀ ਦੇ ਸਰਮੁਖ ਤੇ ਨਾ ਕੋਈ ਕਿਸੇ ਪ੍ਰਕਾਰ ਬਚ ਸਕਦਾ ਇਸ ਦੀ ਇੱਦਾਂ ਦੇ ਜਰੀਏ ਤੋਂ। ਮਨੁੱਖ ਨੂੰ ਭਾਵੇਂ ਗੁਰੂ ਪਿਆਰਿਓ ਇਹ ਮਨੁੱਖ ਝੂਠੀ ਵਿਚਾਰ ਦੇ ਨਾਲ ਸਾਬਤ ਕਰ ਸਕੇ, ਪਰ ਸਤਿਗੁਰ ਦੇ ਦਰਕਾਰ ਦੇ ਵਿੱਚ ਕਿਸੇ ਪ੍ਰਕਾਰ ਇਦਾਂ ਦਾ ਝੂਠਾ ਮਨੁੱਖ ਪਰਵਾਨਿਆ ਨਹੀਂ ਜਾਂਦਾ। ਉਹ ਆਪਣੇ ਕੀਤੇ ਦੀ ਸਜ਼ਾ ਜ਼ਰੂਰ ਪ੍ਰਾਪਤ ਕਰਦਾ। ਹੁਣ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਉਹ ਇਸ ਪਾਵਨ ਪਵਿੱਤਰ ਸਥਾਨ ਵਿਖੇ ਸੁਸ਼ੋਭਿਤ ਹੋਏ ਨੇ। ਇਹ ਧਰਤੀ ਨੂੰ ਭਾਗ ਲਾਏ ਨੇ ਗੁਰੂ ਸਤਿਗੁਰ ਨੇ, ਜਿੱਥੇ ਸਿੱਖਾਂ ਦੇ ਵਿੱਚ ਬਹੁਤ ਵੱਡੀ ਗੁਰੂ ਨਾਨਕ ਦੇ ਦਰਕਾਰ ਦੀ ਮਹਿਮਾ ਅਪਰੰਪਾਰ ਫੈਲੀ ਹੋਈ ਹੈ। ਬੜੀ ਭਾਵਨਾ ਬਣੀ ਸਿੱਖਾਂ ਦੇ ਹਿਰਦੇ ਵਿੱਚ ਸਤਿਗੁਰ ਦੇ ਪ੍ਰਤੀ, ਤੇ ਉੱਥੇ ਪਾਪੀਆਂ ਦੇ ਹਿਰਦੇ ਵਿੱਚ ਸਤਿਗੁਰ ਦੇ ਦਰਕਾਰ ਨੂੰ ਨੀਚ ਦਿਖਾਉਣ ਦਾ ਯਤਨ ਕੀਤਾ ਜਾਂਦਾ ਹੈ, ਮਾੜੀ ਵਿਚਾਰ ਪ੍ਰਗਟ ਕੀਤੀ ਜਾਂਦੀ ਹੈ। ਪਰ ਜਿਉਂ-ਜਿਉਂ ਪਾਪੀ ਸਤਿਗੁਰ ਦੇ ਦਰਕਾਰ ਨੂੰ ਨੀਵਾਂ ਦਿਖਾਉਣ ਦਾ ਯਤਨ ਕਰਦੇ ਨੇ,
ਤਿਉਂ ਤਿਉਂ ਸਤਿਗੁਰ ਦੀ ਕਿਰਪਾ ਰਹਿਮਤ ਦਿਨ ਦੁਗਣੀ ਰਾਤ ਚੌਗਣੀ ਪ੍ਰਾਪਤ ਹੁੰਦੀ ਜਾਂਦੀ ਹੈ। ਸਤਿਗੁਰ ਦੀ ਕਿਰਪਾ ਹੁੰਦੀ, ਜਿਵੇਂ ਕਹਿਣਾ ਕੀਤਾ ਨਾ, ਕਹਿੰਦੇ ਮੰਨੂ ਨੇ ਵਿਚਾਰ ਕੀਤੀ ਸੀ ਸਿੱਖਾਂ ਦੀ ਤਦਾਦ ਨੂੰ ਖਤਮ ਕਰ ਦੇਵਾਂਗੇ, ਸਿੱਖਾਂ ਨੂੰ ਖਤਮ ਕਰ ਦੇਵਾਂਗਾ। ਉਹਨੇ ਵਿਚਾਰ ਕੀਤੀ, ਕਸਮਾਂ ਖਾਧੀਆਂ, ਬੜੇ ਸਿੱਖ ਕਤਲ ਕੀਤੇ, ਟਕੇ ਟਕੇ ਤੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣਾ ਕੀਤਾ। ਜਿਹੜਾ ਮਨੁੱਖ ਸਿੱਖਾਂ ਦਾ ਸਿਰ ਵੱਢ ਕੇ ਲੈ ਕੇ ਆਵੇਗਾ, ਇੱਕ ਟਕਾ ਲੈ ਜਾਵੇ, ਇੱਕ ਸਿਰ ਦਾ ਇੱਕ ਟਕਾ। ਤੇ ਜਿਹੜੇ ਲਾਲਚੀ ਲੋਕ ਸਨ, ਉਹ ਮਾਇਆ ਦੇ ਲੋਭੀ ਸਨ, ਉਹ ਸਿੱਖਾਂ ਦਾ ਵੈਸੇ ਹੀ ਸਿਰ ਵੱਢ ਵੱਢ ਕੇ ਲਿਆ ਕੇ ਮੰਨੂ ਦੇ ਸਨਮੁਖ ਰੱਖ ਕੇ ਉਹ ਯਤਨ ਕਰਿਆ ਕਰਨ ਕਿ ਸਾਨੂੰ ਮਾਇਆ ਵਧੇਰੇ ਪ੍ਰਾਪਤ ਹੋਵੇ, ਵਧੇਰੇ ਸਿੱਖਾਂ ਦਾ ਸਿਰ ਵੱਢ ਕੇ ਲੈ ਕੇ ਜਾਈਏ। ਉਹ ਆਮ ਮਨੁੱਖਾਂ ਦੇ ਸਿਰ ਵੱਢਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ। ਤੇ ਫਿਰ ਉੱਥੇ ਕਹਿਣਾ ਕੀਤਾ, ਕਹਿੰਦੇ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਮੰਨੂ ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣੇ ਚਾਉਣੇ ਹੋਏ। ਕਹਿੰਦੇ ਫਿਰ ਸਤਿਗੁਰ ਦੀ ਕਿਰਪਾ ਇਦਾਂ ਦੀ ਦਰ ਕਰਦੀ, ਜਿਵੇਂ ਜਿਵੇਂ ਕੋਈ ਮਨੁੱਖ ਸਤਿਗੁਰ ਦੇ ਦਰ ਕਰਦੀ ਮਰਿਆਦਾ ਨੂੰ ਨੀਵਾਂ ਸੁੱਟਣ ਦਾ ਯਤਨ ਕਰੇਗਾ, ਤਿਉਂ ਤਿਉਂ ਕਹਿੰਦੇ ਸਤਿਗੁਰ ਦੀ ਮਹਿਮਾ ਉੱਚੀ ਵਰਣਨ ਹੁੰਦੀ ਜਾਵੇਗੀ। ਇਦਾਂ ਸਤਿਗੁਰ ਦੀ ਕਿਰਪਾ ਰਹਿਮਤ ਵਰਤੇਗੀ। ਉਸ ਵਕਤ ਕਹਿੰਦੇ ਪਾਪੀ ਅਪਰਾਧੀ ਲੋਕਾਂ ਦਾ ਹਿਰਦੇ ਵਿੱਚ ਦੁੱਖ ਪ੍ਰਾਪਤ ਹੁੰਦਾ, ਉਹ ਸਤਿਗੁਰ ਦੇ ਦਰਕਾਰ ਦੀ ਵਿਚਾਰ ਨੂੰ ਜਾਣ ਨਹੀਂ ਸਕਦੇ, ਅਸਲ ਸੇਧ ਪ੍ਰਾਪਤ ਨਹੀਂ ਜੇ ਕਰ ਸਕਦੇ। ਇਸ ਕਰਕੇ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ। ਹੁਣ ਇੱਥੇ ਵੱਡਾ ਕਿਲਾ ਉਸਾਰਨ ਕੀਤਾ ਸਤਿਗੁਰੂ ਜੀ ਨੇ, ਬੜੀਆਂ ਖੁਸ਼ੀਆਂ ਪ੍ਰਦਾਨ ਕੀਤੀਆਂ, ਆਨੰਦ ਵੰਡਣਾ ਕੀਤੇ ਨੇ। ਸਤਿਗੁਰੂ ਜੀ ਆਨੰਦਪੁਰ ਦੀ ਧਰਤੀ ਤੋਂ ਚੱਲ ਕੇ ਉਹ ਇਸ ਨਾਹਣ ਨਗਰ ਦੇ ਵਿੱਚ ਫਿਰ ਕੇ ਘੁੰਮ ਕੇ ਦੂਣ ਦੇ ਵਿੱਚ ਸਤਿਗੁਰੂ ਜੀ ਦੇਖਿਆ ਉਹਨਾਂ ਨੇ ਅਸਥਾਨ। ਤੁਰਦੇ ਫਿਰਦੇ ਚੱਲਦੇ ਫਿਰਦੇ ਜਾਇਜ਼ਾ ਲੈਂਦੇ ਲੈਂਦਿਆਂ ਇਸ ਪਾਵਨ ਪਵਿੱਤਰ ਉੱਚੀ ਪਹਾੜੀ ਦੇ ਉੱਤੇ ਸਤਿਗੁਰ ਦੇ ਪਾਵਨ ਪਵਿੱਤਰ ਚਰਨ ਕਮਲ ਵਿਰਾਜਮਾਨ ਹੋਏ ਨੇ, ਠਹਿਰੇ ਨੇ। ਇੱਥੇ ਸਤਿਗੁਰ ਦੇ ਭਾਵ ਠਹਿਰੇ ਨੇ, ਜਿਹਦਾ ਭਾਵ ਉਸ ਵਕਤ ਗੁਰੂ ਸਤਿਗੁਰ ਨੇ ਉਸ ਨਗਰ ਦਾ ਨਾਮ ਉਚਾਰਨ ਕੀਤਾ, ਕਹਿੰਦੇ ਸਿੱਖਾਂ ਦੇ ਵਿੱਚ ਪ੍ਰਸਿੱਧ ਹੋਵੇਗਾ। ਇਹ ਨਗਰ ਪਾਉਂਟਾ ਸਾਹਿਬ ਕਰਕੇ ਵਰਣਨ ਕੀਤਾ ਜਾਵੇਗਾ, ਪਾਉਂਟਾ ਸਾਹਿਬ ਕਰਕੇ ਸਿੱਖਾਂ ਦੇ ਵਿੱਚ ਪ੍ਰਸਿੱਧ ਹੋਵੇਗਾ। ਜੋ ਵੀ ਇੱਥੇ ਆਵੇਗਾ ਉਹਦੇ ਸਤਿਗੁਰ ਦੀ ਬਖਸ਼ਿਸ਼ ਰਹਿਮਤ ਵਰਤੇਗੀ। ਹੁਣ ਉਹ ਪਾਉਂਟਾ ਨਗਰ ਸਤਿਗੁਰੂ ਜੀ ਨੇ ਉਹ ਵਸਾਉਣਾ ਕੀਤਾ, ਉੱਥੇ ਜਮਨਾ ਨਦੀ ਦੇ ਕਿਨਾਰੇ ਦੂਣ ਵਿੱਚ ਨਾਹਣ ਨਗਰ ਵਿਖੇ। ਤੇ ਰਾਜਾ ਬਹੁਤ ਖੁਸ਼ ਹੋਇਆ ਨੇ ਸਤਿਗੁਰ ਦੀ ਪ੍ਰਸੰਨਤਾ ਪ੍ਰਾਪਤ ਕਰਕੇ, ਇਹ ਨਗਰ ਦਾ ਨਵਾਂ ਨਾਮ ਸੁਣ ਕੇ ਆਨੰਦ ਪ੍ਰਾਪਤ ਕਰਕੇ ਸਤਿਗੁਰ ਜੀ ਤੋਂ ਆਗਿਆ ਲੈ ਕੇ ਆਪਣੇ ਇਲਾਕੇ ਰਾਜ ਭਾਗ ਦੇ ਵਿੱਚ ਆ ਪਹੁੰਚਿਆ। ਸਤਿਗੁਰ ਨੇ ਉਸ ਵਕਤ ਉਹਨੂੰ ਸਰੋਪਾਉ ਦਿੱਤਾ। ਜਿਹੜੇ ਵੱਡੇ ਵੱਡੇ ਵੇਸ਼ਮਾਰ ਇਦਾਂ ਦੇ ਕਾਰੀਗਰ ਸਨ, ਮੇਨ ਸਨ, ਅਹੁਦੇਦਾਰ ਸੰਤਰੀ ਮੰਤਰੀ ਸਨ, ਉਹਨਾਂ ਨੂੰ ਵੀ ਉਦਾਂ ਦੇ ਸਰੋਪਾਉ ਸਤਿਗੁਰ ਨੇ ਪ੍ਰਦਾਨ ਕੀਤੇ। ਸਤਿਗੁਰ ਦੇ ਦਰਕਾਰ ਦੇ ਵਿੱਚੋਂ ਪ੍ਰਸੰਨਤਾ ਪ੍ਰਦਾਨ ਕੀਤੀ। ਇਦਾਂ ਸਤਿਗੁਰ ਦੇ ਪਿਆਰਿਆਂ ਨੇ ਸਤਿਗੁਰ ਤੋਂ ਸਰੋਪਾਉ ਪ੍ਰਾਪਤ ਕਰਕੇ ਆਨੰਦ ਮਾਣਿਆ। ਆਪਣੇ ਆਪ ਨੂੰ ਬਹੁਤ ਵੱਡੀ ਬਖਸ਼ਿਸ਼ ਰਹਿਮਤ ਪ੍ਰਾਪਤ ਹੋਣ ਦਾ ਇਹ ਵਿਚਾਰ ਪ੍ਰਾਪਤ ਕੀਤਾ। ਇਦਾਂ ਸਤਿਗੁਰ ਨੇ ਉਹ ਪਾਉਂਟਾ ਸਾਹਿਬ ਵਿਖੇ ਵੱਡਾ ਕਿਲਾ ਉਸਾਰ ਕੇ ਜਮਨਾ ਨਦੀ ਦੇ ਕਿਨਾਰੇ ਸਿੱਖਾਂ ਦੇ ਵਿੱਚ ਸਤਿਗੁਰ ਨੇ ਬਖਸ਼ਿਸ਼ਾਂ ਰਹਿਮਤਾਂ ਵਰਤਾ ਦਿੱਤੀਆਂ। ਅੱਜ ਵੀ ਉਹ ਨਗਰ ਉੱਥੇ ਮੌਜੂਦ ਹੈ। ਉੱਥੇ ਜਿਵੇਂ ਸਤਿਗੁਰ ਨੇ ਕਿਲਾ ਉਸਾਰਨ ਕੀਤਾ, ਉੱਥੇ ਪਾਵਨ ਪਵਿੱਤਰ ਅਸਥਾਨ ਸਤਿਗੁਰ ਦਾ ਸ਼ਸ਼ੋਭਤ ਹੈ, ਜਿੱਥੇ ਸਤਿਗੁਰ ਦੇ ਪਾਵਨ ਪਵਿੱਤਰ ਚਰਨ ਕਮਲ ਉਸ ਅਸਥਾਨ ਤੇ ਪ੍ਰਾਪਤ ਹੋਏ, ਚਰਨ ਛੋਹ ਪ੍ਰਾਪਤ ਹੋਈ ਹੈ ਉਹ ਧਰਤੀ ਨੂੰ। ਸਤਿਗੁਰੂ ਦੀ ਕਿਰਪਾ ਰਹਿਮਤ ਹੋਈ। ਬੜੀਆਂ ਸੰਗਤਾਂ ਜਾਂਦੀਆਂ ਨੇ ਦਰਸ਼ਨ ਕਰਨ ਵਾਸਤੇ, ਤੇ ਸਤਿਗੁਰੂ ਜੀ ਅੱਜ ਵੀ ਉੱਥੇ ਮੌਜੂਦ ਨੇ, ਕਿਸੇ ਪ੍ਰਕਾਰ ਕਿਤੇ ਗਏ ਨਹੀਂ। ਜੇ ਭਾਵਨਾ ਦੇ ਨਾਲ ਦੇਖੀਏ, ਅੱਜ ਵੀ ਸਤਿਗੁਰੂ ਜੀ ਉੱਥੇ ਦੁੱਖਾਂ ਤਕਲੀਫਾਂ ਦਾ ਨਾਸ਼ ਕਰਦੇ, ਜਿਵੇਂ ਮੇਦਨੀ ਪ੍ਰਕਾਸ਼ ਦੇ ਦੁੱਖਾਂ ਦਾ ਨਾਸ਼ ਕੀਤਾ, ਇਸੇ ਤਰ੍ਹਾਂ ਸਾਡੇ ਦੁੱਖਾਂ ਦਾ ਨਾਸ਼ ਵੀ ਸਤਿਗੁਰੂ ਦੀ ਮੌਜੂਦ ਹੋ ਕੇ ਪਏ ਕਰਦੇ ਨੇ। ਆਓ ਗੁਰੂ ਪਿਆਰੀਓ, ਸਤਿਗੁਰ ਦੇ ਸਨਮੁਖ ਜੋ ਕਥਾ ਵਿਚਾਰ ਦਾ ਸਮਾਂ ਸਮਾਪਤ ਹੋ ਜਾਣਾ ਕੀਤਾ, ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਪਾਉਂਟਾ ਸਾਹਿਬ ਵਿਖੇ ਕੀ ਬਖਸ਼ਿਸ਼ਾਂ ਰਹਿਮਤਾਂ ਵਰਤਾਉਂਦੇ,
ਕਿਵੇਂ ਕਿਵੇਂ ਕਰਕੇ ਸਤਿਗੁਰੂ ਜੀ ਸੰਗਤਾਂ ਵਿੱਚ ਹੁਕਮ ਪ੍ਰਦਾਨ ਕਰਦੇ। ਔਰ ਇੱਥੇ ਨਜ਼ਦੀਕ ਰਾਮ ਰਾਏ ਉਹ ਵੀ ਮੌਜੂਦ ਹੈ। ਰਾਮ ਰਾਏ ਦਾ ਡੇਰਾ ਏ, ਬਾਸਾ ਏ। ਇੱਥੇ ਕਿਵੇਂ ਕਰਕੇ ਰਾਮ ਰਾਏ ਸਤਿਗੁਰ ਦੀ ਮਹਿਮਾ ਸਰਵਣ ਕਰਦਾ ਔਰ ਸਤਿਗੁਰ ਦੇ ਸਿੱਖ ਰਾਮ ਰਾਏ ਕੋਲ ਕਿਵੇਂ ਪਹੁੰਚਦੇ, ਉਹਨਾਂ ਦੇ ਨਾਲ ਕਿਵੇਂ ਤਾਲਮੇਲ ਕਰਦੇ ਆ, ਉਹ ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਪਿਆਰਿਓ। ਆਓ ਅੱਜ ਦੀ ਵਿਚਾਰ ਇੱਥੋਂ ਤੱਕ ਪ੍ਰਵਾਨ ਕਰਨੀ। ਗੁਰੂ ਚਰਨਾਂ ਦੇ ਵਿੱਚ ਵਿਚਾਰ ਕਰਦਿਆਂ, ਕਥਾ ਕਰਦਿਆਂ ਅਨੇਕ ਪ੍ਰਕਾਰ ਦੀਆਂ ਤਮਾਮ ਗਲਤੀਆਂ, ਅੱਖਰ ਵਾਧਾ ਘਾਟਾ ਸਤਿਗੁਰ ਦੀ ਭੁੱਲ ਚੁੱਕ ਮਾਫ ਕਰਨਾ, ਅੱਗੇ ਤੋਂ ਸਮਤ ਬਖਸ਼ਣ, ਬਾਣੀ ਪੜਨ ਦੀ, ਕਥਾ ਵਿਚਾਰ ਕਰਨ ਦੀ ਸਤਿਗੁਰ ਦੀ ਬਲ ਬੁੱਧੀ ਸਮਰੱਥਾ ਬਖਸ਼ਣਾ। ਉਹ ਸਤਿਗੁਰ ਦੇ ਸਨਮੁਖ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰ ਜੀ ਕਿਰਪਾ ਕਰਦੇ ਨੇ।